कंचन आउटलुक। श्लोक महला चौथा। सब रस तिनकै हृदय है, जिन हर वसिया मन माही। जिन्हां दे ਹਿਰਦੇ ਵਿੱਚ ਪ੍ਰਭੂ ਵਸ ਪਿਆ ਹੈ। ਪਰਮਾਤਮਾ ਵੈਸੇ ਤੇ ਸਾਡੇ ਸਭਨਾਂ ਦੇ ਅੰਦਰ ਹੀ ਵਸਦਾ ਹੈ। ਆਮ ਤੌਰ ਤੇ ਅਸੀਂ ਪਰਮਾਤਮਾ ਵੱਲ ਧਿਆਨ ਨਹੀਂ ਦਿੰਦੇ। ਕਿਤੇ ਨਾ ਕਿਤੇ ਇਹ ਕਹਿ ਸਕਦੇ ਹਾਂ ਕਿ ਪਰਮਾਤਮਾ ਦਾ ਬੀਜ ਸਾਡੇ ਸਰੀਰ ਦੇ ਅੰਦਰ ਹੈ, ਪਰ ਸਾਡੇ ਸਰੀਰ ਦੀ ਮਿੱਟੀ ਦੇ ਵਿੱਚ ਲੱਗਿਆ ਹੋਇਆ ਨਹੀਂ ਹੈ, ਉੱਪਰ ਹੀ ਪਿਆ ਹੈ। ਜਦ ਸਾਡੇ ਸਰੀਰ ਦੀ ਜ਼ਮੀਨ ਦੇ ਵਿੱਚ ਉਹ ਬੀਜ ਲੱਗ ਜਾਵੇ, ਤਦ ਅਸੀਂ ਕਹਿੰਦੇ ਹਾਂ ਕਿ ਪਰਮਾਤਮਾ ਸਾਡੇ ਮਨ ਵਿੱਚ ਵਸ ਪਿਆ ਹੈ। ਸੋ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਵਸ ਪਿਆ, ਜਿਨ੍ਹਾਂ ਨੇ ਆਪਣੇ ਅੰਦਰੋਂ ਉਸ ਪਰਮਾਤਮਾ ਨੂੰ ਅਨੁਭਵ ਕਰ ਲਿਆ, ਸਾਰੇ ਹੀ ਰਸ ਉਹਨਾਂ ਦੇ ਅੰਦਰ ਆ ਜਾਂਦੇ ਹਨ। ਉਹਨਾਂ ਦਾ ਮਨ ਫਿਰ ਸੰਸਾਰਕ ਸਵਾਦਾਂ ਵੱਲ ਨਹੀਂ ਦੌੜਦਾ। ਸਾਰੇ ਹੀ ਰਸਾਂ ਦਾ ਆਨੰਦ ਉਹਨਾਂ ਨੂੰ ਨਾਮ ਰਸ ਦੇ ਵਿੱਚੋਂ ਮਿਲ ਜਾਂਦਾ ਹੈ। ਹਰ ਦਰਗਹਿ ਤੇ ਮੁਖ ਉਜਲੇ, ਤਿਨ ਕੋ ਸਭ ਦੇਖਣ ਜਾਹੇ। ਪਰਮਾਤਮਾ ਦੀ ਦਰਗਾਹ ਤੇ ਉਹ ਖਿੜੇ ਮੱਥੇ ਜਾਂਦੇ ਹਨ ਤੇ ਹੋਰ ਲੋਕ ਵੀ ਉਹਨਾਂ ਦੇ ਦਰਸ਼ਨਾਂ ਦੀ ਤਾਂਘ ਕਰਦੇ ਹਨ, ਉਹਨਾਂ ਦੇ ਦਰਸ਼ਨਾਂ ਨੂੰ ਲੋਚਦੇ ਹਨ। ਜਿਨ ਨਿਰਭਉ ਨਾਮ ਧਿਆਇਆ, ਤਿਨ ਕਉ ਭਉ ਕੋਈ ਨਾਹੀ। ਜਿਨ੍ਹਾਂ ਨੇ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਆਪ ਨੂੰ ਵੀ ਕੋਈ ਡਰ ਨਹੀਂ ਰਹਿ ਜਾਂਦਾ। ਸਾਡੇ ਜੀਵਨ ਦੇ ਵਿੱਚ ਆਮ ਤੌਰ ਤੇ ਹੀ ਇਸ ਪ੍ਰਕਾਰ ਦੇ ਡਰ ਹੁੰਦੇ ਹਨ ਕਿ ਕਿਤੇ ਆ ਨਾ ਖੁੱਸ ਜਾਏ, ਕਿਤੇ ਉਹ ਨਾ ਖੁੱਸ ਜਾਏ, ਆਹ ਚੀਜ਼, ਆਹ ਇਨਸਾਨ ਮੇਰੇ ਤੋਂ ਦੂਰ ਨਾ ਹੋ ਜਾਏ। ਇਸ ਪ੍ਰਕਾਰ ਦੇ ਡਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਲੈ ਕੇ ਚੱਲਦੇ ਹਾਂ। ਪਰ ਜਦ ਪਰਮਾਤਮਾ ਮਨ ਵਿੱਚ ਵਸ ਜਾਏ ਤਾਂ ਇੱਕ ਗੱਲ ਦਾ ਗਿਆਨ ਹੋ ਜਾਂਦਾ ਹੈ ਕਿ ਜੋ ਬਣਿਆ ਹੈ ਉਹਨੇ ਢਹਿਣਾ ਵੀ ਹੈ। ਜੋ ਅੱਜ ਸਾਡੇ ਕੋਲ ਹੈ, ਜ਼ਰੂਰੀ ਨਹੀਂ ਕਿ ਉਹ ਸਦਾ ਹੀ ਸਾਡੇ ਕੋਲ ਰਹੇ। ਜੇ ਉਹ ਕੋਲ ਹੈ ਤਾਂ ਵੀ ਪਰਮਾਤਮਾ ਦੀ ਰਜ਼ਾ ਤਹਿਤ ਹੈ। ਜੇ ਕੱਲ੍ਹ ਨੂੰ ਸਾਡੇ ਤੋਂ ਦੂਰ ਚਲਾ ਜਾਏਗਾ ਤਾਂ ਵੀ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੋਏਗਾ। ਇਸ ਗੱਲ ਦਾ ਗਿਆਨ ਸਾਡੇ ਹਿਰਦੇ ਵਿੱਚ ਪੱਕਾ ਹੋ ਜਾਂਦਾ ਹੈ। ਸੋ ਕਿਸੇ ਵੀ ਚੀਜ਼ ਜਾਂ ਕਿਸੇ ਵੀ ਇਨਸਾਨ ਦੇ ਖੁੱਸਣ ਦਾ ਡਰ ਸਾਡੇ ਅੰਦਰੋਂ ਨਿਕਲ ਜਾਂਦਾ ਹੈ ਤੇ ਇਹਦੇ ਵਿੱਚ ਸਾਡੀ ਖੁਦ ਦੀ ਜਾਨ ਵੀ ਆ ਜਾਂਦੀ ਹੈ। ਸਾਡੇ ਅੰਦਰੋਂ ਸਾਡੀ ਹੀ ਜਾਨ ਨਿਕਲਣ ਦਾ ਡਰ ਵੀ ਸਾਡੇ ਅੰਦਰੋਂ ਖਤਮ ਹੋ ਜਾਂਦਾ ਹੈ। ਜਦੋਂ ਅਸੀਂ ਪਰਮਾਤਮਾ ਦੇ ਨਾਲ ਪ੍ਰੀਤ ਜੋੜ ਲਈਏ ਤਾਂ। ਹਰ ਉੱਤਮ ਤਿਨੀ ਸਰੇਵਿਆ, ਜਿਨ ਕੋ ਧੁਰ ਲਿਖਿਆ ਆਹੀ। ਪਰ ਇਹ ਉੱਤਮ ਪ੍ਰਭੂ ਉਹਨਾਂ ਮਨੁੱਖਾਂ ਨੇ ਹੀ ਸਿਮਰਿਆ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਹੀ ਚੰਗੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਲਿਖੇ ਹੋਏ ਹਨ। ਤੇ ਹਰ ਦਰਗਹਿ ਪੈਨਾਈ ਹੈ, ਜਿਨ ਹਰ ਵੁੱਠਾ ਮਨ ਮਾਹੀ। ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸਦਾ ਹੈ, ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ, ਉਹਨਾਂ ਨੂੰ ਉਸ ਦੀ ਹਜ਼ੂਰੀ ਦੇ ਵਿੱਚ ਆਦਰ ਮਿਲਦਾ ਹੈ। ਓਏ ਆਪ ਤਰੇ ਸਭ ਕੁਟੰਬ ਸਿਉ, ਤਿਨ ਪਿੱਛੇ ਸਭ ਜਗਤ ਛਡਾਹੀ। ਉਹ ਆਪ ਆਪਣੇ ਸਾਰੇ ਪਰਿਵਾਰ ਸਮੇਤ ਸੰਸਾਰ ਸਾਗਰ ਤੋਂ ਪਾਰ ਲੰਘ ਜਾਂਦੇ ਹਨ ਤੇ ਜੋ ਆਪਣੇ ਪੂਰਨੇ ਹੁੰਦੇ ਹਨ, ਜੋ ਆਪਣੀਆਂ ਸਿੱਖਿਆਵਾਂ ਹੁੰਦੀਆਂ ਹਨ, ਉਹਨਾਂ ਤੇ ਤੋਰ ਕੇ ਬਾਕੀ ਦੇ ਸੰਸਾਰ ਨੂੰ ਵੀ ਵਿਕਾਰਾਂ ਤੋਂ ਛਡਾ ਲੈਂਦੇ ਹਨ। ਜਨ ਨਾਨਕ ਕਉ ਹਰ ਮੇਲ ਜਨ, ਤਿਨ ਵੇਖ ਵੇਖ ਹਮ ਜੀਵਾਹੀ। ਹੇ ਹਰੀ, ਆਪਣੇ ਇਹੋ ਜਿਹੇ ਦਾਸ, ਇਹੋ ਜਿਹੇ ਸੇਵਕ ਦਾਸ ਨਾਨਕ ਨੂੰ ਵੀ ਮਿਲਾ। ਅਸੀਂ ਉਹਨਾਂ ਨੂੰ ਵੇਖ ਵੇਖ ਕੇ ਜੀਵੀਏ, ਅਸੀਂ ਉਹਨਾਂ ਤੋਂ ਵਾਰੇ ਜਾਈਏ। ਮਹਿਲਾ ਚੌਥਾ। ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਸ ਭੋਏ ਤੇ ਪਿਆਰਾ ਸਤਿਗੁਰ ਆ ਕੇ ਬੈਠਾ ਹੈ, ਉਹ ਭੋਏ ਹਰੀ ਭਰੀ ਹੋ ਗਈ ਹੈ। ਜਿਨ੍ਹਾਂ ਜੀਵਾਂ ਨੇ ਮੇਰੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਉਹ ਜੀਵ ਵੀ ਹਰੇ ਹੋ ਗਏ ਹਨ, ਉਹਨਾਂ ਦੇ ਹਿਰਦੇ ਅੰਦਰੋਂ ਖਿੜ ਗਏ ਹਨ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੁਜਨਨੀ,
ਜਿਨ ਗੁਰ ਜਣਿਆ ਮਾਏ। ਹੇ ਮੇਰੀ ਮਾਂ, ਉਹ ਮਾਤਾ ਵੀ ਧਨ ਹੈ ਜਿਸ ਨੇ ਗੁਰੂ ਨੂੰ ਜਣਿਆ ਹੈ, ਗੁਰੂ ਨੂੰ ਜਨਮ ਦਿੱਤਾ ਹੈ। ਉਹ ਪਿਤਾ ਵੀ ਭਾਗਾਂ ਵਾਲਾ ਹੈ ਤੇ ਉਹਨਾਂ ਦੀ ਕੁੱਲ ਵੀ ਭਾਗਾਂ ਵਾਲੀ ਹੈ ਜਿਸ ਕੁੱਲ ਦੇ ਵਿੱਚ ਗੁਰੂ ਪੈਦਾ ਹੋਇਆ ਹੈ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿੱਠਾ ਤਿਨਾ ਲਏ ਛਡਾਏ। ਉਹ ਗੁਰੂ ਆਪ ਵੀ ਧਨ ਹੈ ਜਿਸ ਨੇ ਪਰਮਾਤਮਾ ਦਾ ਨਾਮ ਜਪਿਆ, ਨਾਮ ਸਿਮਰ ਕੇ ਉਹ ਆਪ ਤਰਿਆ ਤੇ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ ਉਹ ਵੀ ਵਿਕਾਰਾਂ ਤੋਂ ਬਚ ਗਏ, ਉਹ ਵੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਹੇ ਹਰੀ, ਮਿਹਰ ਕਰਕੇ ਮੈਨੂੰ ਵੀ ਅਜਿਹਾ ਸਤਿਗੁਰ ਮਿਲਾਵੋ, ਦਾਸ ਨਾਨਕ ਉਸ ਸਤਿਗੁਰੂ ਦੇ ਪੈਰ ਧੋਵੇ। ਪੌੜੀ। ਸੱਚ ਸੱਚਾ ਸਤਿਗੁਰ ਅਮਰ ਹੈ, ਜਿਸ ਅੰਦਰ ਹਰ ਔਰ ਧਾਰਿਆ। ਸਤਿਗੁਰੂ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਹੀ ਰੂਪ ਹੈ, ਕਿਉਂਕਿ ਸਤਿਗੁਰੂ ਨੇ ਆਪਣੇ ਅੰਦਰ ਉਸ ਪ੍ਰਮਾਤਮਾ ਨੂੰ ਪਰੋਇਆ ਹੋਇਆ ਹੈ। ਸਤਿਗੁਰੂ ਦੇ ਹਿਰਦੇ ਵਿੱਚ ਪ੍ਰਮਾਤਮਾ ਪਰੋਇਆ ਹੋਇਆ ਹੈ, ਵਸਿਆ ਹੋਇਆ ਹੈ, ਬਹੁਤ ਗਹਿਰਾਈ ਤੱਕ ਵਸਿਆ ਹੋਇਆ ਹੈ। ਸਤਿਗੁਰੂ ਨੂੰ ਹਰ ਸ਼ੈ ਦੇ ਵਿੱਚ ਪ੍ਰਮਾਤਮਾ ਨਜ਼ਰ ਆਉਂਦਾ ਹੈ। ਸੱਚ ਸੱਚਾ ਸਤਿਗੁਰ ਪੁਰਖ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ। ਸਤਿਗੁਰੂ ਇੱਕ ਸੱਚਾ ਪੁਰਖ ਹੈ ਜਿਸ ਨੇ ਆਪਣੇ ਅੰਦਰੋਂ ਕਾਮ ਕ੍ਰੋਧ ਰੂਪ ਜ਼ਹਿਰ ਨੂੰ ਮਾਰ ਲਿਆ ਹੈ, ਵਿਕਾਰਾਂ ਦੇ ਜ਼ਹਿਰ ਨੂੰ ਆਪਣੇ ਅੰਦਰੋਂ ਕੱਢ ਦਿੱਤਾ ਹੈ। ਜਾਂ ਡਿੱਠਾ ਪੂਰਾ ਸਤਿਗੁਰੂ, ਤਾਂ ਅੰਦਰੋਂ ਮਨ ਸਾਧਾਰਿਆ। ਗੁਰੂ ਜੀ ਕਹਿੰਦੇ, ਜਦੋਂ ਮੈਂ ਅਜਿਹੇ ਪੂਰੇ ਸਤਿਗੁਰੂ ਦਾ ਦਰਸ਼ਨ ਕੀਤਾ ਤਾਂ ਮੇਰੇ ਮਨ ਨੂੰ ਅੰਦਰ ਤੱਕ ਧੀਰਜ ਆ ਗਈ, ਮੇਰੇ ਮਨ ਦੀ ਤ੍ਰਿਪਤੀ ਹੋ ਗਈ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ। ਇਸ ਲਈ ਮੈਂ ਆਪਣੇ ਸਤਿਗੁਰੂ ਤੋਂ ਸਦਾ ਵਾਰਨੇ ਤੇ ਸਦਕੇ ਜਾਂਦਾ ਹਾਂ। ਗੁਰਮੁਖ ਜਿੱਤਾ ਮਨਮੁਖ ਹਾਰਿਆ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਮਨੁੱਖੇ ਜਨਮ ਦੀ ਬਾਜੀ ਨੂੰ ਜਿੱਤ ਜਾਂਦਾ ਹੈ ਤੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਇਹ ਬਾਜ਼ੀ ਹਾਰ ਜਾਂਦਾ ਹੈ। ਮਨੁੱਖੇ ਜਨਮ ਦੀ ਬਾਜ਼ੀ ਦੀ ਜਿੱਤ ਹਾਰ ਇਸ ਗੱਲ ਤੇ ਨਿਰਧਾਰਤ ਹੁੰਦੀ ਹੈ ਕਿ ਮਨੁੱਖ ਨੇ ਆਪਣਾ ਜੀਵਨ ਸ਼ਾਂਤ ਚਿੱਤ ਹੋ ਕੇ ਗੁਜ਼ਾਰਿਆ ਕਿ ਚਿੰਤਾ ਝੋਰਿਆਂ ਦੇ ਵਿੱਚ ਫਸੇ ਹੋਏ ਨੇ ਗੁਜ਼ਾਰਿਆ। ਜੋ ਗੁਰੂ ਦੇ ਲੜ ਲੱਗ ਗਏ ਉਹ ਚਿੰਤਾ ਝੋਰਿਆਂ ਤੋਂ ਉੱਕਾ ਹੀ ਮੁਕਤ ਹੋ ਜਾਂਦੇ ਹਨ। ਦੁਨਿਆਵੀ ਪੱਧਰ ਤੇ, ਸੰਸਾਰਕ ਪੱਧਰ ਤੇ ਉਹਨਾਂ ਦੇ ਜੀਵਨ ਦੇ ਵਿੱਚ ਜਿੰਨੀਆਂ ਵੀ ਮਾੜੀਆਂ ਘਟਨਾਵਾਂ ਕਿਉਂ ਨਾ ਹੋ ਜਾਣ, ਉਹਨਾਂ ਦਾ ਮਾਨਸਿਕ ਧਰਾਤਲ ਹਿੱਲਦਾ ਨਹੀਂ, ਡੋਲਦਾ ਨਹੀਂ। ਸ਼ਲੋਕ ਮਹਿਲਾ ਚੌਥਾ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਧਿਆਏ ਸੀ। ਜਿਸ ਮਨੁੱਖ ਨੂੰ ਕਿਰਪਾ ਕਰਕੇ ਉਸ ਪ੍ਰਭੂ ਨੇ ਸਤਿਗੁਰੂ ਮਿਲਾਇਆ ਹੈ, ਉਹ ਗੁਰੂ ਦੇ ਸਨਮੁਖ ਹੋ ਕੇ ਮੂੰਹੋਂ ਨਾਮ ਸਿਮਰਦਾ ਹੈ। ਤੇ ਅਸੀਂ ਕਿੰਨੇ ਭਾਗਾਂ ਵਾਲੇ ਹਾਂ ਕਿ ਉਸ ਪ੍ਰਮਾਤਮਾ ਨੇ ਸਾਡੇ ਜੀਵਨ ਦੇ ਵਿੱਚ ਪਹਿਲਾਂ ਗੁਰੂ ਸਾਹਿਬਾਨ ਭੇਜੇ। ਅਸੀਂ ਜੋ ਅੱਜ ਜੀਵਤ ਹਾਂ, ਬੇਸ਼ੱਕ ਸਰੀਰਕ ਤੌਰ ਤੇ ਗੁਰੂ ਸਾਹਿਬਾਨਾਂ ਨੂੰ ਨਹੀਂ ਮਿਲੇ, ਪਰ ਗੁਰੂ ਸਾਹਿਬਾਨਾਂ ਦੀ ਰੂਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਬਾਣੀ ਦੇ ਵਿੱਚ ਮੌਜੂਦ ਹੈ। ਉਹਨਾਂ ਦੀ ਰੂਹ ਦੇ ਦਰਸ਼ਨ ਅਸੀਂ ਕਰ ਪਾਉਂਦੇ ਹਾਂ ਜੇ ਗੁਰਬਾਣੀ ਨੂੰ ਦਿਲੋਂ ਪੜ੍ਹੀਏ, ਜੇ ਗੁਰਬਾਣੀ ਨੂੰ ਸਿਰਫ ਬੁੱਤਾਂ ਸਾਰਨ ਦੇ ਲਈ ਨਾ ਪੜ੍ਹੀਏ, ਦਿਲੋਂ ਪੜ੍ਹੀਏ ਤੇ ਗੁਰੂ ਸਾਹਿਬਾਨਾਂ ਦੇ ਦਰਸ਼ਨ ਸਾਨੂੰ ਗੁਰਬਾਣੀ ਦੇ ਵਿੱਚੋਂ ਹੋ ਜਾਂਦੇ ਹਨ। ਭਾਗਾਂ ਵਾਲੇ ਮੰਨੀਏ ਆਪਣੇ ਆਪ ਨੂੰ ਕਿ ਗੁਰੂ ਦੇ ਬਚਨਾਂ ਦੀ ਸਿੱਖਿਆ, ਗੁਰੂ ਦੇ ਬਚਨਾਂ ਦੀ ਬਾਣੀ ਸਾਡੇ ਕੋਲ ਮੌਜੂਦ ਹੈ। ਕਰ ਕਿਰਪਾ ਸਤਿਗੁਰ ਮੇਲਿਓਨ, ਮੁਖ ਗੁਰਮੁਖ ਨਾਮ ਧਿਆਏ ਸੀ। ਪ੍ਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਸਤਿਗੁਰੂ ਦੇ ਨਾਲ ਮਿਲਾ ਦਿੱਤਾ ਹੈ ਤੇ ਸਾਡੇ ਜੀਵਨਾਂ ਦੇ ਵਿੱਚ ਤਬਦੀਲੀ ਜ਼ਰੂਰ ਆਏਗੀ। ਸੋ ਕਰੇ ਜੇ ਸਤਿਗੁਰ ਭਾਵ ਸੀ, ਗੁਰ ਪੂਰਾ ਘਰੀ ਵਸਾਏ ਸੀ। ਜਿਹਨੂੰ ਸਤਿਗੁਰੂ ਮਿਲ ਜਾਏ ਉਹ ਮਨੁੱਖ ਫਿਰ ਉਹ ਕੁਝ ਕਰਦਾ ਹੈ ਜੋ ਸਤਿਗੁਰੂ ਨੂੰ
ਚੰਗਾ ਲੱਗਦਾ ਹੈ। ਪੂਰਾ ਸਤਿਗੁਰੂ ਉਸ ਮਨੁੱਖ ਦੇ ਹਿਰਦੇ ਵਿੱਚ ਨਾਮ ਰੂਪੀ ਖਜ਼ਾਨਾ ਵਸਾ ਦਿੰਦਾ ਹੈ। ਜਿਨ ਅੰਦਰ ਨਾਮ ਨਿਧਾਨ ਹੈ, ਤਿਨ ਕਾ ਭਉ ਸਭ ਗਵਾਏ ਸੀ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਦਾ ਖਜ਼ਾਨਾ ਵਸ ਪੈਂਦਾ ਹੈ, ਸਤਿਗੁਰੂ ਉਹਨਾਂ ਦਾ ਸਾਰਾ ਡਰ ਦੂਰ ਕਰ ਦਿੰਦਾ ਹੈ। ਉਹੀ ਗੱਲ ਜੋ ਆਪਾਂ ਅੱਜ ਦੇ ਅੰਗ ਦੀ ਬਾਣੀ ਦੀ ਸ਼ੁਰੂਆਤ ਦੇ ਵਿੱਚ ਕੀਤੀ ਕਿ ਜਿਸ ਦੀ ਪ੍ਰੀਤ ਪ੍ਰਮਾਤਮਾ ਦੇ ਨਾਲ ਜੁੜ ਗਈ, ਉਹਦੇ ਅੰਦਰ ਕੋਈ ਡਰ ਨਹੀਂ ਰਹਿ ਜਾਂਦਾ। ਜਿਨ ਰੱਖਣ ਕਉ ਹਰ ਆਪ ਹੋਏ, ਹੋਰ ਕੀਤੀ ਝੱਖ ਝੱਖ ਜਾਏ ਸੀ। ਜਿਨ੍ਹਾਂ ਦੀ ਰੱਖਿਆ ਕਰਨ ਦੇ ਲਈ ਪ੍ਰਭੂ ਆਪ ਤਿਆਰ ਹੋਵੇ, ਹੋਰ ਕਿਤਨੀ ਹੀ ਦੁਨੀਆ ਖੱਪ ਖੱਪ ਮਰੇ, ਹੋਰ ਕਿੰਨੇ ਵੀ ਲੋਕ ਜੋ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਜਿਸ ਦੀ ਰੱਖਿਆ ਪ੍ਰਮਾਤਮਾ ਆਪ ਕਰਦਾ ਹੈ, ਕੋਈ ਉਹਦਾ ਕੁਝ ਵੀ ਨਹੀਂ ਵਿਗਾੜ ਸਕਦਾ। ਇੱਥੇ ਇੱਕ ਗੱਲ ਚੇਤੇ ਰੱਖਣੀ ਬਹੁਤ ਜ਼ਰੂਰੀ ਹੈ ਕਿ ਸਰੀਰਕ ਤੌਰ 'ਤੇ ਕੋਈ ਤੁਹਾਡਾ ਨੁਕਸਾਨ ਜ਼ਰੂਰ ਕਰ ਸਕਦਾ ਹੈ, ਕਦੇ ਵੀ ਕਰ ਸਕਦਾ ਹੈ। ਤੁਹਾਡੀ ਕੋਈ ਚੀਜ਼ ਖੋਹ ਕੇ ਵੀ ਲੈ ਜਾ ਸਕਦਾ ਹੈ, ਤੁਹਾਡੇ ਨਾਲ ਕੋਈ ਠੱਗੀ ਵੀ ਮਾਰ ਸਕਦਾ ਹੈ। ਪਰ ਜੇਕਰ ਤੁਸੀਂ ਸਤਿਗੁਰੂ ਦੇ ਨਾਲ ਪ੍ਰੇਮ ਪਾਇਆ ਹੋਇਆ ਹੈ, ਪ੍ਰਮਾਤਮਾ ਦੇ ਨਾਲ ਪ੍ਰੀਤ ਜੋੜੀ ਹੋਈ ਹੈ, ਤਾਂ ਸਰੀਰਕ ਤੌਰ 'ਤੇ ਘਟਣ ਵਾਲੀਆਂ ਇਹ ਘਟਨਾਵਾਂ ਤੁਹਾਡੇ ਮਾਨਸਿਕ ਜੀਵਨ ਨੂੰ ਪ੍ਰਭਾਵਿਤ ਨਹੀਂ ਕਰ ਸਕਦੀਆਂ। ਤੁਸੀਂ ਮਾਨਸਿਕ ਤੌਰ 'ਤੇ ਅਡੋਲ ਹੀ ਰਹਿੰਦੇ ਹੋ। ਜਨ ਨਾਨਕ ਨਾਮ ਧਿਆਏ ਤੂੰ, ਹਰ ਹਲਤ ਪਲਤ ਛੁਡਾਏ ਸੀ। ਹੇ ਨਾਨਕ, ਤੂੰ ਨਾਮ ਜਪ। ਪ੍ਰਭੂ ਇਸ ਲੋਕ ਵਿੱਚ ਤੇ ਪ੍ਰਲੋਕ ਵਿੱਚ ਹਰੇਕ ਕਿਸਮ ਦੇ ਡਰ ਤੋਂ ਬਚਾ ਲਏਗਾ। ਮਹਿਲਾ ਚੌਥਾ। ਗੁਰ ਸਿੱਖਾਂ ਕੈ ਮਨ ਭਾਵ ਦੀ, ਗੁਰ ਸਤਿਗੁਰ ਕੀ ਵਡਿਆਈ। ਹਰ ਰਾਖੋ ਪੈਜ ਸਤਿਗੁਰੂ ਕੀ, ਨਿਤ ਚੜ੍ਹੈ ਸਵਾਈ। ਗੁਰਸਿੱਖਾਂ ਦੇ ਮਨ ਵਿੱਚ ਆਪਣੇ ਸਤਿਗੁਰੂ ਦੀ ਵਡਿਆਈ ਪਿਆਰੀ ਲੱਗਦੀ ਹੈ। ਹੇ ਪ੍ਰਭੂ, ਤੂੰ ਸਤਿਗੁਰੂ ਦੀ ਪੈਜ ਰੱਖਦਾ ਹੈ, ਉਹਦੀ ਲਾਜ ਰੱਖਦਾ ਹੈ, ਤੇ ਸਤਿਗੁਰੂ ਦੀ ਵਡਿਆਈ ਦਿਨੋਂ ਦਿਨ ਵੱਧਦੀ ਹੈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ, ਪਾਰ ਬ੍ਰਹਮ ਛਡਾਈ। ਪਾਰ ਬ੍ਰਹਮ ਛਡਾਈ ਤੋਂ ਭਾਵ ਕਿ ਜੋ ਪਾਰ ਬ੍ਰਹਮ, ਜੋ ਪ੍ਰਮਾਤਮਾ ਸਭ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ, ਬਚਾਉਣ ਦੀ ਸਮਰੱਥਾ ਰੱਖਦਾ ਹੈ। ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ। ਉਹ ਪਾਰ ਬ੍ਰਹਮ ਸਤਿਗੁਰੂ ਦੇ ਮਨ ਵਿੱਚ ਵਸਦਾ ਹੈ, ਸਦਾ ਵਸਦਾ ਹੈ। ਗੁਰ ਸਤਿਗੁਰ ਤਾਣ ਦੀਵਾਨ ਹਰ, ਤਿਨ ਸਭ ਆਣ ਨਿਭਾਈ। ਪ੍ਰਭੂ ਹੀ ਸਤਿਗੁਰੂ ਦਾ ਬਲ ਤੇ ਆਸਰਾ ਹੈ। ਉਸ ਪ੍ਰਭੂ ਨੇ ਹੀ ਸਾਰੇ ਜੀਵ ਸਤਿਗੁਰੂ ਅੱਗੇ ਲਿਆ ਨਿਭਾਏ ਹਨ। ਪ੍ਰਭੂ ਹੀ ਜੀਵਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਸਤਿਗੁਰੂ ਕੋਲ ਜਾਣ, ਸਤਿਗੁਰੂ ਦੀਆਂ ਸਿੱਖਿਆਵਾਂ ਸੁਣਨ ਤੇ ਉਹਨਾਂ ਸਿੱਖਿਆਵਾਂ ਦੇ ਅੱਗੇ ਆਪਣਾ ਸੀਸ ਝੁਕਾਉਣ, ਸਜਦਾ ਕਰਨ। ਜਿਨੀ ਡਿੱਠਾ ਮੇਰਾ ਸਤਿਗੁਰ, ਭਾਉ ਕਰ ਤਿਨਕੇ ਸਭ ਪਾਪ ਗਵਾਈ। ਜਿਨ੍ਹਾਂ ਨੇ ਆਪਣੇ ਹਿਰਦੇ ਵਿੱਚ ਪਿਆਰ ਰੱਖ ਕੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ, ਸਤਿਗੁਰੂ ਉਹਨਾਂ ਦੇ ਸਾਰੇ ਪਾਪ ਦੂਰ ਕਰ ਦਿੰਦਾ ਹੈ। ਗੁਰੂ ਦੇ ਦਰਸ਼ਨ ਕਰੀਏ ਤੇ ਹਿਰਦੇ ਵਿੱਚ ਪਿਆਰ ਰੱਖ ਕੇ ਕਰੀਏ, ਬੁੱਤਾ ਸਾਰਨ ਦੇ ਲਈ ਨਾ ਕਰੀਏ। ਗੁਰੂ ਨੂੰ ਤੱਕ ਕੇ ਸਾਡੇ ਅੰਦਰ ਭਾਵਨਾਵਾਂ ਦੀਆਂ ਤਰੰਗਾਂ ਛਿੜਨੀਆਂ ਚਾਹੀਦੀਆਂ ਨੇ। ਸਾਡਾ ਰੋਮ ਰੋਮ ਖਿੜ ਜਾਣਾ ਚਾਹੀਦਾ ਹੈ। ਜੇ ਅਜਿਹਾ ਨਹੀਂ ਹੁੰਦਾ ਤੇ ਇਹ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਦੇ ਨਾਲ ਸਾਡਾ ਹਜੇ ਓਨਾ ਪਿਆਰ ਨਹੀਂ ਪਿਆ, ਹਜੇ ਕਿਤੇ ਨਾ ਕਿਤੇ ਥੋੜ੍ਹੀ ਕਮੀ ਹੈ। ਜਦ ਗੁਰੂ ਦੇ ਨਾਲ ਸੰਪੂਰਨ ਤੌਰ 'ਤੇ ਪਿਆਰ ਪੈ ਜਾਵੇ ਤਾਂ ਗੁਰੂ ਦੇ ਦਰਸ਼ਨ ਕਰਕੇ ਰੂਹ ਗਦਗਦ ਹੋ ਜਾਂਦੀ ਹੈ। ਹਰ ਦਰਗਾਹ ਤੇ ਮੁਖ ਉਜਲੇ, ਬਹੁ ਸ਼ੋਭਾ ਪਾਈ। ਅਜਿਹੇ ਸਿੱਖ ਜਿਨ੍ਹਾਂ ਦੇ ਹਿਰਦੇ ਖਿੜ ਜਾਂਦੇ ਹਨ ਗੁਰੂ ਦਾ ਦਰਸ਼ਨ ਕਰਕੇ, ਉਹ ਹਰੀ ਦੀ ਦਰਗਾਹ ਵਿੱਚ ਖਿੜੇ ਮੱਥੇ ਜਾਂਦੇ ਹਨ, ਉਹਨਾਂ ਦੀ ਬੜੀ ਸ਼ੋਭਾ ਹੁੰਦੀ ਹੈ। ਜਨ ਨਾਨਕ ਮੰਗੈ ਧੂੜ ਤਿਨ, ਜੋ ਗੁਰ ਕੇ ਸਿੱਖ ਮੇਰੇ ਭਾਈ। ਜੋ ਮੇਰੇ ਵੀਰ ਸਤਿਗੁਰੂ ਦੇ ਇਹੋ ਜਿਹੇ ਸਿੱਖ ਹਨ, ਦਾਸ ਨਾਨਕ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ। ਪੌੜੀ। ਹਉ ਆਖ ਸਲਾਹੀ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ। ਸਲਾਹੀ ਸੱਚ, ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈ। ਹਉ ਆਖ ਸਲਾਹੀ ਸਿਫਤ ਸੱਚ। ਗੁਰੂ ਜੀ ਕਹਿੰਦੇ ਮੇਰੀ ਇਹ ਅਰਦਾਸ ਹੈ
ਉਸ ਪਰਮਾਤਮਾ ਦੇ ਅੱਗੇ ਕਿ ਮੈਂ ਸੱਚੇ ਪ੍ਰਭੂ ਦੀ ਸੱਚੀ ਵਡਿਆਈ ਤੇ ਸੱਚੇ ਗੁਣ ਆਖ ਕੇ ਸਲਾਹਾਂ। ਹਉ ਆਖ ਸਲਾਹੀ ਸਿਫਤ ਸੱਚ, ਸੱਚ ਸੱਚੇ ਕੀ ਵਡਿਆਈ। ਉਸ ਪਰਮਾਤਮਾ ਦੀ ਵਡਿਆਈ ਵੀ ਸੱਚ ਹੈ, ਉਹ ਪਰਮਾਤਮਾ ਆਪ ਵੀ ਸੱਚ ਹੈ। ਤੇ ਗੁਰੂ ਜੀ ਕਹਿੰਦੇ ਮੇਰਾ ਇਹ ਦਿਲ ਕਰਦਾ ਹੈ ਕਿ ਮੈਂ ਵੀ ਉਸ ਪਰਮਾਤਮਾ ਦੀ ਵਡਿਆਈ ਆਖ ਕੇ ਸੁਣਾਵਾਂ। ਸਲਾਹੀ ਸੱਚ, ਸਲਾਹ ਸੱਚ, ਸੱਚ ਕੀਮਤ ਕਿਨੈ ਨਾ ਪਾਈ। ਉਹ ਸੱਚੇ ਪ੍ਰਭੂ ਦੀ ਕੋਈ ਵੀ ਮਨੁੱਖ ਕੀਮਤ ਨਹੀਂ ਪਾ ਸਕਿਆ। ਸੱਚਾ ਪ੍ਰਭੂ ਸਲਾਹੁਣ ਯੋਗ ਹੈ, ਉਸ ਦੀ ਵਡਿਆਈ ਕਰਨੀ ਸਦਾ ਨਾਲ ਨਿਭਣ ਵਾਲੀ ਕਾਰ ਹੈ। ਕਿਉਂਕਿ ਜਦੋਂ ਅਸੀਂ ਕਿਸੇ ਦੀ ਵੀ ਵਡਿਆਈ ਕਰਦੇ ਹਾਂ, ਕਿਸੇ ਦੀ ਵੀ ਪ੍ਰਸ਼ੰਸਾ ਕਰਦੇ ਹਾਂ, ਤਾਂ ਆਪਣੀ ਹਉਮੈ ਨੂੰ ਥੋੜ੍ਹਾ ਜਿਹਾ ਨੀਚੇ ਕਰਨਾ ਪੈਂਦਾ ਹੈ। ਤੇ ਜਦ ਪ੍ਰਮਾਤਮਾ ਦੀ ਪ੍ਰਸ਼ੰਸਾ ਕਰਨੀ ਹੋਏ ਤੇ ਉਸ ਹਉਮੈ ਨੂੰ ਬਹੁਤ ਨੀਚੇ ਕਰਨਾ ਪੈਂਦਾ ਹੈ। ਤੇ ਹਉਮੈ ਜਦੋਂ ਨੀਚੇ ਹੋ ਗਈ, ਜਾਂ ਹਉਮੈ ਨੂੰ ਜਦੋਂ ਅਸੀਂ ਨੀਚੇ ਕਰਨਾ ਸਿੱਖ ਗਏ, ਨੀਵਾਂ ਕਰਨਾ ਸਿੱਖ ਗਏ, ਤਾਂ ਉਹ ਸਿੱਖਿਆ ਜ਼ਿੰਦਗੀ ਭਰ ਸਾਡਾ ਸਾਥ ਦਿੰਦੀ ਹੈ, ਜ਼ਿੰਦਗੀ ਭਰ ਸਾਡੇ ਕੰਮ ਆਉਂਦੀ ਹੈ। ਇਸ ਲਈ ਪਰਮਾਤਮਾ ਦੀ ਵਡਿਆਈ ਕਰਨਾ ਅਜਿਹੀ ਕਾਰ ਹੈ ਜੋ ਸਦਾ ਸਾਡੇ ਨਾਲ ਨਿਭਦੀ ਹੈ। ਸੱਚ ਸੱਚਾ ਰਸ ਜਿਨੀ ਚਖਿਆ, ਸੇ ਤ੍ਰਿਪਤ ਰਹੇ ਆਕਾਈ। ਪਰਮਾਤਮਾ ਦੇ ਨਾਮ ਦਾ ਸਵਾਦ ਜਿਨ੍ਹਾਂ ਨੇ ਚਖਿਆ ਹੈ, ਉਹ ਮਾਇਆ ਵੱਲੋਂ ਤ੍ਰਿਪਤ ਹੋ ਜਾਂਦੇ ਹਨ, ਸਦਾ ਰੱਜੇ ਰਹਿੰਦੇ ਹਨ। ਪਰ ਸਮੱਸਿਆ ਇਹ ਹੈ ਕਿ ਉਹ ਇਹ ਸਵਾਦ ਕਿਸੇ ਨੂੰ ਬਿਆਨ ਨਹੀਂ ਕਰ ਸਕਦੇ। ਬੜੀ ਹੀ ਵਧੀਆ ਉਦਾਹਰਨ ਗੁਰੂ ਸਾਹਿਬ ਨੇ ਬਖਸ਼ੀ ਹੈ। ਇਹੋ ਹਰ ਰਸ ਸੇਈ ਜਾਣਦੇ, ਜਿਉਂ ਗੂੰਗਾ ਮਠਿਆਈ ਖਾਈ। ਜਿਵੇਂ ਕੋਈ ਗੂੰਗਾ ਇਨਸਾਨ ਜੋ ਬੋਲ ਨਹੀਂ ਸਕਦਾ ਮਠਿਆਈ ਖਾ ਲਵੇ, ਜਾਂ ਕੋਈ ਵੀ ਹੋਰ ਸਵਾਦਲੀ ਚੀਜ਼ ਖਾ ਲਵੇ, ਸਵਾਦਲਾ ਆਨੰਦ ਮਾਣ ਲਵੇ, ਕਿਉਂਕਿ ਉਹ ਬੋਲ ਨਹੀਂ ਪਾਉਂਦਾ, ਉਸ ਸਵਾਦ ਨੂੰ ਜੋ ਉਹਨੇ ਮਾਣਿਆ ਹੈ ਬਿਆਨ ਨਹੀਂ ਕਰ ਸਕਦਾ, ਦੂਸਰੇ ਇਨਸਾਨ ਨੂੰ ਦੱਸ ਨਹੀਂ ਸਕਦਾ ਕਿ ਇਹ ਮਠਿਆਈ ਜੋ ਮੈਂ ਖਾਧੀ ਹੈ ਉਹ ਮਿੱਠੀ ਸੀ ਜਾਂ ਮਿੱਠੀ ਨਹੀਂ ਸੀ, ਕਿਤੇ ਮਿੱਠਾ ਘੱਟ ਤੇ ਨਹੀਂ ਸੀ, ਕਿਤੇ ਮਿੱਠਾ ਜ਼ਿਆਦਾ ਤੇ ਨਹੀਂ ਸੀ। ਉਹ ਸਵਾਦ ਨੂੰ ਉਹ ਮਾਣ ਤੇ ਸਕਦਾ ਹੈ, ਪਰ ਬਿਆਨ ਨਹੀਂ ਕਰ ਸਕਦਾ। ਪਰਮਾਤਮਾ ਦੇ ਨਾਮ ਰਸ ਦਾ ਸਵਾਦ ਵੀ ਇਸ ਪ੍ਰਕਾਰ ਦਾ ਹੀ ਹੈ। ਜਿਹਨੂੰ ਮਾਨਣਾ ਆ ਗਿਆ ਉਹ ਮਾਣ ਤੇ ਸਕਦਾ ਹੈ, ਪਰ ਬਿਆਨ ਨਹੀਂ ਕਰ ਸਕਦਾ। ਕੋਸ਼ਿਸ਼ ਕਰ ਸਕਦਾ ਹੈ, ਪਰ ਸੰਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦਾ। ਗੁਰ ਪੂਰਾ ਹਰ ਪ੍ਰਭ ਸੇਵਿਆ, ਮਨ ਵਚੀ ਵਧਾਈ। ਪੂਰੇ ਸਤਿਗੁਰੂ ਦੇ ਰਾਹੀਂ ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਦੇ ਮਨ ਵਿੱਚ ਉਤਸ਼ਾਹ ਬਣਿਆ ਰਹਿੰਦਾ ਹੈ, ਉਹਨਾਂ ਦੇ ਮਨ ਵਿੱਚ ਵਧਾਈਆਂ ਵੱਜਦੀਆਂ ਰਹਿੰਦੀਆਂ ਨੇ, ਮਨ ਖਿੜੇ ਰਹਿੰਦੇ ਨੇ। ਅੱਜ ਦੀ ਬਾਣੀ ਦੇ ਵਿੱਚ ਸਤਿਗੁਰੂ ਦੀ ਪ੍ਰਸ਼ੰਸਾ ਸਾਨੂੰ ਪੜ੍ਹਨ ਨੂੰ ਸੁਣਨ ਨੂੰ ਮਿਲੀ ਹੈ। ਪੰਕਤੀ ਦਰ ਪੰਕਤੀ ਸਤਿਗੁਰੂ ਦੀ ਮਹਿਮਾ ਗੁਰੂ ਸਾਹਿਬ ਨੇ ਕੀਤੀ ਹੈ। ਨਾਲ ਦੀ ਨਾਲ ਸਾਨੂੰ ਇਹ ਵੀ ਸਮਝਾਉਣਾ ਕੀਤਾ ਹੈ ਕਿ ਉਸ ਨਿਰਭਉ ਪਰਮਾਤਮਾ ਦਾ ਨਾਮ ਜਿਹਨੇ ਸਿਮਰਿਆ, ਉਹ ਆਪ ਵੀ ਨਿਰਭਉ ਹੋ ਜਾਂਦਾ ਹੈ। ਸਿਰਫ ਇਹੀ ਨਹੀਂ, ਜਦ ਅਸੀਂ ਪਰਮਾਤਮਾ ਦੇ ਨਾਲ ਪ੍ਰੀਤ ਜੋੜ ਲਈਏ ਤਾਂ ਜਿਹੜੇ ਗੁਣ ਪਰਮਾਤਮਾ ਵਿੱਚ ਹਨ ਉਹ ਵੀ ਸਾਡੇ ਵਿੱਚ ਆ ਜਾਂਦੇ ਹਨ। ਉਹ ਸਾਰੇ ਹੀ ਗੁਣ ਆ ਜਾਂਦੇ ਹਨ, ਕੋਈ ਥੋੜ੍ਹੀ ਮਿਕਦਾਰ ਦੇ ਵਿੱਚ, ਕੋਈ ਜ਼ਿਆਦਾ ਮਿਕਦਾਰ ਦੇ ਵਿੱਚ, ਪਰ ਪਰਮਾਤਮਾ ਦੇ ਗੁਣ ਸਾਡੇ ਅੰਦਰ ਵਸਣੇ ਸ਼ੁਰੂ ਹੋ ਜਾਂਦੇ ਹਨ। ਭਾਗਾਂ ਵਾਲੇ ਹਾਂ ਅਸੀਂ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਨੇ ਸਤਿਗੁਰੂ ਦਾ ਪਿਆਰ ਬਖਸ਼ਿਆ ਹੈ, ਸਤਿਗੁਰੂ ਦੇ ਪ੍ਰਤੀ ਵੀ ਪਿਆਰ ਬਖਸ਼ਿਆ ਹੈ। ਗੁਰਬਾਣੀ ਦੇ ਨਾਲ ਜੁੜੇ ਹਾਂ, ਗੁਰੂ ਦੇ ਨਾਲ ਜੁੜੇ ਹਾਂ। ਬਹੁਤ ਵੱਡੇ ਭਾਗਾਂ ਵਾਲੀ ਇਹ ਗੱਲ ਹੈ ਸਾਡੇ ਲਈ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਹ ਆਪਣੀ ਇਹ ਕਿਰਪਾ ਸਾਡੇ ਤੇ ਇਸੇ ਪ੍ਰਕਾਰ ਹੀ ਬਣਾਈ ਰੱਖੇ, ਸਾਨੂੰ ਕਦੇ ਵੀ ਗੁਰੂ ਤੋਂ ਦੂਰ ਨਾ ਜਾਣਾ ਪਵੇ। ਇਸੇ ਅਰਦਾਸ ਬੇਨਤੀ ਦੇ ਨਾਲ ਹੀ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।